गगन दमामा बाजियो परयो निशाना घाओ, खेत जो मांडियो सूरमा अब जूझन को दाओ। दोस्तों, अज जानी कि 26 नवंबर ਨੂੰ जब मैं मीडिया प्रवास के इस प्लेटफार्म तो तुहाडे रूबरू हो रहा हाँ, इस वक्त किसानां द्वारा हिंदुस्तान की धरती ते संघर्ष की नवी इबारत लिखी जा रही है। हंकारी दिल्ली ने जिस तरह किसानां की इच्छा ਅਤੇ ਉਹਨਾਂ ਦੇ ਹਿੱਤਾਂ ਦੇ ਉਲਟ ਜਾ ਕੇ ਪਹਿਲਾਂ 3 ਆਰਡੀਨੈਂਸ ਪਾਸ ਕੀਤੇ ਤੇ ਫਿਰ ਉਹਨਾਂ ਤਿੰਨਾਂ ਨੂੰ ਕਾਨੂੰਨ ਬਣਾਇਆ, ਉਸ ਨੂੰ ਪੰਜਾਬੀ ਕਿਸਾਨ ਅਤੇ ਪੰਜਾਬੀ ਆਵਾਮ ਨੇ ਚੁਣੌਤੀ ਵਜੋਂ ਲਿਆ ਅਤੇ ਸੱਤਾ ਦੀ ਇਸ ਨਾਬਰੀ ਅਤੇ ਜ਼ਾਬਰੀ ਦੇ ਖਿਲਾਫ ਮੋਰਚਾ ਵਿੱਢ ਦਿੱਤਾ। ਕੇਂਦਰ ਦੀ ਹੰਕਾਰੀ ਹੋਈ ਸਰਕਾਰ ਜਿਸ ਤਰ੍ਹਾਂ ਪਹਿਲਾਂ ਡਿਕਟੇਟਰਸ਼ਿਪ ਲਾਗੂ ਕਰਕੇ मनमर्जी के फैसले लैंदी रही है ਅਤੇ ਲੋਕਾਂ ਦੇ ਭਾਰੀ ਵਿਰੋਧ ਨੂੰ ਟਿੱਚ ਸਮਝਦੇ ਹੋਏ ਟਸ ਤੋਂ ਮਸ ਨਹੀਂ ਹੁੰਦੀ ਰਹੀ ਹੈ, ਉਸੇ ਤਰ੍ਹਾਂ ਇਸ ਨੇ ਕਿਸਾਨਾਂ ਦੇ ਸੰਘਰਸ਼ ਨੂੰ ਟਿੱਚ ਸਮਝਦੇ ਹੋਏ ਆਪਣੀ ਹੈਂਕੜ ਨੂੰ ਜਾਰੀ ਰੱਖਿਆ। ਪਰ ਉਸ ਨੂੰ ਪਤਾ ਨਹੀਂ ਸੀ ਕਿ ਇਸ ਵਾਰ ਪਾਲਾ ਉਹਨਾਂ ਪੰਜਾਬੀਆਂ ਨਾਲ ਪਿਆ ਹੈ ਜੋ ਪਿਛਲੇ 1000 ਸਾਲਾਂ ਤੋਂ ਜ਼ੁਲਮ ਦੇ ਖਿਲਾਫ ਲੜਦੇ ਆਏ ਹਨ, ਜਿਨ੍ਹਾਂ ਲਈ ਖੇਤ ਸਿਰਫ ਅੰਨ ਪੈਦਾ ਕਰਨ ਵਾਲੀ ਥਾਂ ਨਹੀਂ, ਚੂਸ ਮਰਨ ਵਾਲੀ ਥਾਂ ਵੀ ਹਨ। ਪੰਜਾਬੀ ਉਸ ਭਗਤ ਕਬੀਰ ਦੇ ਵਾਰਸ ਹਨ ਜਿਸ ਨੇ ਕਿਹਾ ਸੀ, ਸੂਰਾ ਸੋ ਪਹਿਚਾਨੀਏ ਜੋ ਲਹਿਰਾ ਦੀਨ ਕੇ ਹੇਤ, ਪੁਰਜਾ ਪੁਰਜਾ ਕਟਮਰੈ ਕਬਹੂ ਨਾ ਛੱਡੈ ਖੇਤ। ਜਾਂ ਉਸ ਨਾਨਕ ਦੇ ਪੈਰੋਕਾਰ ਹਨ ਜਿਸ ਨੇ ਕਿਹਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਾਂ ਫਿਰ ਉਸ ਭਗਤ ਸਿੰਘ ਦੀ ਪੈੜ 'ਚ ਪੈੜ ਧਰਨ ਵਾਲੇ ਹਨ ਜਿਨੇ ਕਿਹਾ ਸੀ, ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ। ਤੇ ਪੰਜਾਬੀਆਂ ਦੇ ਅੱਜ ਦੇ ਸੰਘਰਸ਼ ਨੇ ਇਹ ਸਿੱਧ ਕਰ ਦਿੱਤਾ ਕਿ ਰੁਕਣਾ ਤੇ ਝੁਕਣਾ ਇਸ ਮਿੱਟੀ ਦੀ ਖਸਲਤ ਨਹੀਂ ਹੈ। ਪ੍ਰੋਫੈਸਰ ਪੂਰਨ ਸਿੰਘ ਦੇ ਕਹਿਣ ਵਾਂਗ ਪੰਜਾਬ ਦੇ ਇਹ ਪੁੱਤ ਪਿਆਰ ਨਾਲ ਤਾਂ ਜਾਨ ਵੀ ਵਾਰ ਦਿੰਦੇ ਨੇ, ਪਰ ਉਂਝ ਕਿਸੇ ਨਾਡੂ ਖਾਂ ਦੀ ਟੈਂ ਨਹੀਂ ਮੰਨਦੇ। ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ 26 ਤੇ 27 ਨਵੰਬਰ ਨੂੰ ਦਿੱਲੀ ਚਲੋ ਦਾ ਹੋਕਾ ਕੀ ਦਿੱਤਾ। ਪੰਜਾਬ ਦਾ ਕੜ ਪਾਟ ਗਿਆ। ਸਾਰਾ ਪੰਜਾਬ ਟਰੈਕਟਰ ਟਰਾਲੀਆਂ ਨਾਲ ਸੜਕਾਂ ਤੇ ਨਿਕਲ ਆਇਆ। ਲੋਕਾਂ ਦਾ ਲਸ਼ਕਰ ਇਸ ਤਰ੍ਹਾਂ ਦਿੱਲੀ ਨੂੰ ਜਾ ਰਿਹਾ ਸੀ ਜਿਵੇਂ ਪੂਰੀ ਦੀ ਪੂਰੀ ਛਾਉਣੀ ਕਿਸੇ ਵੱਡੇ ਹਮਲੇ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਹੀ ਹੋਵੇ। ਜਿਸ ਤਰ੍ਹਾਂ ਟਰਾਲੀਆਂ ਤੇ ਤਰਪਾਲਾਂ ਪਾ ਕੇ ਉਹਨਾਂ ਨੂੰ ਪੱਕੇ ਰੈਣ ਬਸੇਰੇ ਬਣਾਇਆ ਹੋਇਆ ਸੀ, ਉਹਨਾਂ ਵਿੱਚ ਠੰਡ ਤੋਂ ਬਚਣ ਲਈ ਕੰਬਲ, ਖਾਣ ਲਈ ਰਾਸ਼ਨ, ਪਕਾਉਣ ਲਈ ਸਿਲੰਡਰ ਤੇ ਭੱਠੀਆਂ, ਟਰਾਲੀ ਦੇ ਮਗਰ ਪਾਈਆਂ ਪਾਣੀਆਂ ਦੀਆਂ ਟੈਂਕੀਆਂ ਅਤੇ ਹੋਰ ਸਮਾਨ ਨੂੰ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਇਹਨਾਂ ਨੇ ਗੱਲ ਮੁਕਾ ਕੇ ਹੀ ਮੁੜਨਾ ਹੈ। ਕਿਸਾਨ ਦੇ ਕਹਿਣ ਮੁਤਾਬਕ ਹੁਣ ਦਿੱਲੀ ਨਾਲ ਇਹ ਲੜਾਈ ਆਰ-ਪਾਰ ਦੀ ਹੈ, ਭਾਵੇਂ ਉਹਨਾਂ ਨੂੰ 6 ਮਹੀਨੇ ਵੀ ਕਿਉਂ ਨਾ ਰੁਕਣਾ ਪਏ। ਪੰਜਾਬ ਦੀਆਂ ਮਾਵਾਂ ਆਪਣੇ ਬੱਚਿਆਂ ਦੇ ਸਿਰ ਪਲੋਸ ਕੇ ਇਹ ਕਹਿੰਦੀਆਂ ਹੋਈਆਂ ਮੋਰਚੇ ਵਿੱਚ ਜਾ ਰਹੀਆਂ ਸਨ ਕਿ ਜੇ ਮੁੜਾਂਗੀਆਂ ਤਾਂ ਜਿੱਤ ਕੇ ਮੁੜਾਂਗੀਆਂ, ਨਹੀਂ ਫਿਰ ਆਪਣਾ ਖਿਆਲ ਰੱਖਿਓ। ਧੱਕਾ ਇਸ ਗੱਲ ਦਾ ਹੀ ਨਹੀਂ ਸੀ ਕਿ ਕਿਸਾਨਾਂ ਦੀ ਮਰਜ਼ੀ ਦੇ ਖਿਲਾਫ ਉਹਨਾਂ ਦੇ ਢਿੱਡ ਤੇ ਲੱਤ ਮਾਰਨ ਲਈ 3 ਕਾਨੂੰਨ ਬਣਾਏ, ਬਲਕਿ ਇਸ ਗੱਲ ਦਾ ਵੀ ਸੀ ਕਿ ਪਿਛਲੇ 5 ਮਹੀਨਿਆਂ ਤੋਂ ਸ਼ਾਂਤੀ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਆਪਣਾ ਰੋਹ ਪ੍ਰਗਟ ਕਰਨ ਲਈ ਅਤੇ ਦਿੱਲੀ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਆਪਣੀ ਸਰਕਾਰ ਤੋਂ ਹਰਿਆਣੇ ਦੀ ਨਾਕੇਬੰਦੀ ਕਰਵਾ ਦਿੱਤੀ। ਵੱਡੀਆਂ ਵੱਡੀਆਂ ਕਰੇਨਾਂ, ਦਿਓ ਕੱਦ ਪੱਥਰ, ਮਿੱਟੀ ਨਾਲ ਭਰੇ ਹੋਏ ਟਿੱਪਰ, ਸੰਗਲਾਂ ਨਾਲ ਬੰਨੇ ਹੋਏ ਬੈਰੀਕੇਡ ਅਤੇ ਰੋਡ ਰੋਲਰ ਲਾ ਕੇ ਹਰਿਆਣੇ ਦੇ ਬਾਰਡਰ ਸੀਲ ਕਰ ਦਿੱਤੇ ਗਏ। ਪਰ ਪੰਜਾਬੀਆਂ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਇਹਨਾਂ ਨੇ ਵੀ ਟਰੈਕਟਰ ਦੇ ਡੈਕ 'ਚੋਂ ਉੱਚੀ ਆਵਾਜ਼ ਕਰਕੇ ਗੀਤ ਲਗਾ ਦਿੱਤਾ ਤੇ ਖੱਟਰ ਨੂੰ ਕਿਹਾ ਕਿ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚੋਂ ਤੇਰਾ ਯਾਰ ਬੋਲਦਾ। ਇਹਨਾਂ ਸੜਕਾਂ ਦੇ ਉੱਤੇ ਇਹ ਗੀਤ ਪੰਜਾਬੀਆਂ ਦੀ ਆਵਾਜ਼ ਬਣ ਗਿਆ ਕਿ ਨਾਲ ਤੇਰੇ ਪੰਜਾਬ ਸਿਆਂ ਬਸ ਨਾਂ ਦੀ ਆੜੀ ਦਿੱਲੀ ਦੀ, ਕਾਲੀਆਂ ਨੀਤਾਂ ਕਰਦੇ ਲਾਗੂ, ਨੀਅਤ ਮਾੜੀ ਦਿੱਲੀ ਦੀ, ਤੇਰੇ ਗਲ ਤੱਕ ਪਹੁੰਚ ਗਈ ਆਣ ਕੁਹਾੜੀ ਦਿੱਲੀ ਦੀ, ਤੇਰੀਆਂ ਖੁਦਕੁਸ਼ੀਆਂ ਤੇ ਕਾਤੋਂ ਵੱਜਦੀ ਤਾੜੀ ਦਿੱਲੀ ਦੀ। ਵੇਲਾ ਆ ਗਿਆ ਜਾਗ ਕਿਸਾਨਾਂ, ਦੇਸ਼ ਸਿਸਟਮ ਦੇ ਹਲਕ ਚਫਾਨਾ, ਖੇਤ ਤੇਰੇ ਇਹ ਖੋਣ ਨੂੰ ਫਿਰਦੇ, ਜੋ ਪੱਧਰੇ ਕੀਤੇ ਐਂਟਰ ਨਾਲ, ਖਿੱਚ ਲੈ ਜੱਟਾ ਖਿੱਚ ਤਿਆਰੀ,
ਪੇਚਾ ਪੈ ਗਿਆ ਸੈਂਟਰ ਨਾਲ। ਅੱਜ ਸਵੇਰੇ ਕਿਸਾਨਾਂ ਦੇ ਕਾਫਲੇ ਇਹਨਾਂ ਨਾਕਿਆਂ ਤੇ ਪਹੁੰਚੇ ਤਾਂ ਪਾਣੀਆਂ ਨਾਲ ਭਰੀਆਂ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ ਗਏ, ਅਥਰੂ ਗੈਸ ਦੇ ਫਾਇਰ ਸ਼ੁਰੂ ਕਰ ਦਿੱਤੇ ਗਏ ਅਤੇ CRP ਸਮੇਤ ਸਾਰੀ ਸਟੇਟ ਦੀ ਪੁਲਿਸ ਇਹਨਾਂ ਨਾਕਿਆਂ ਤੇ ਝੋਕ ਦਿੱਤੀ ਗਈ। ਪਰ ਪੰਜਾਬੀਆਂ ਨੇ ਕਦ ਪਿੱਛੇ ਮੁੜਨਾ ਸਿੱਖਿਆ ਹੈ। ਪੰਜਾਬੀ ਤਾਂ ਕੌਡੀ ਦੇ ਮੈਦਾਨਾਂ ਵਿੱਚ ਵੀ ਓਪਨ ਖੇਡਦੇ ਹਨ ਅਤੇ ਚੜ੍ਹਦੀ ਕੌਡੀ ਪਾਉਂਦੇ ਹਨ। ਸਾਡੀਆਂ ਤਾਂ ਕੁਸ਼ਤੀਆਂ ਵੀ ਮਨ ਮਨੌਤੀ ਦੀਆਂ ਰਹੀਆਂ ਨੇ। ਇਸ ਲਈ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਆਵਾਮ ਨੇ ਸਾਰੇ ਬੈਰੀਕੇਡ ਤੋੜ ਦਿੱਤੇ, ਕਰੇਨਾਂ ਦੇ ਮੂੰਹ ਮੋੜ ਦਿੱਤੇ, ਰੋਡ ਰੋਲਰਾਂ ਨੂੰ ਧੱਕ ਕੇ ਪਾਸੇ ਕਰ ਦਿੱਤਾ। ਬੈਰੀਕੇਡ ਕਾਗਜ਼ ਦੀਆਂ ਕਿਸ਼ਤੀਆਂ ਵਾਂਗ ਨਦੀ ਵਿੱਚ ਤੈਰਦੇ ਨਜ਼ਰ ਆਏ। ਪੱਥਰਾਂ ਨੂੰ ਢੀਮਾਂ ਵਾਂਗ ਪਰੇ ਸੁੱਟ ਦਿੱਤਾ। ਵਾਟਰ ਕੈਨਾਂ 1 ਘੰਟਾ ਵਾਟਰ ਫਾਇਰਿੰਗ ਕਰਦੀ ਰਹੀਆਂ। ਆਖਰ ਪੰਜਾਬੀਆਂ ਦਾ ਪ੍ਰੈਸ਼ਰ ਉਹਨਾਂ ਜਲ ਤੋਪਾਂ ਦੇ ਪ੍ਰੈਸ਼ਰ ਤੇ ਭਾਰਾ ਪੈ ਗਿਆ। ਅਥਰੂ ਗੈਸਾਂ ਦਾ ਧੂੰਆਂ ਵੀ ਹੌਲੀ ਹੌਲੀ ਛੱਟ ਗਿਆ। ਜਦ ਸੱਤਾ ਦੇ ਹੰਕਾਰ ਨੂੰ ਰੌਂਦ ਕੇ ਪਹਿਲਾ ਟਰੈਕਟਰ ਬੈਰੀਕੇਡਾਂ ਨੂੰ ਤੋੜ ਕੇ ਰੇਸ ਦੇ ਕੇ ਧੁੱਸ ਦਿੰਦਾ ਹੋਇਆ ਨਿਕਲਿਆ ਤਾਂ ਬੋਲੇ ਸੋ ਨਿਹਾਲ, ਕਿਸਾਨ ਏਕਤਾ ਜਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ ਤੇ ਉਸ ਤੋਂ ਬਾਅਦ 4 ਘੰਟਿਆਂ ਤੱਕ ਫੌਜੀਆਂ ਦੇ ਟਰੱਕਾਂ ਵਾਂਗ ਟਰੈਕਟਰਾਂ ਦੀ ਲਾਈਨ ਨਹੀਂ ਟੁੱਟੀ। ਇੰਜ ਲੱਗਦਾ ਸੀ ਕਿ ਪੂਰਾ ਮੁਲਕ ਹੀ ਆਪ ਮੁਹਾਰੇ ਘਰਾਂ ਤੋਂ ਬਾਹਰ ਨਿਕਲ ਆਇਆ ਹੋਵੇ। ਉਧਰ ਹਰਿਆਣੇ ਦੇ ਕਿਸਾਨਾਂ ਨੇ ਵੀ ਕਸਰ ਨਹੀਂ ਛੱਡੀ। ਆਪਣੇ ਖੇਤਾਂ ਵਿੱਚ ਉੱਗੀ ਕਣਕ ਦੀ ਪਰਵਾਹ ਨਾ ਕਰਦੇ ਹੋਏ ਕਿਸਾਨਾਂ ਨੂੰ ਕਿਹਾ, ਉਹ ਨਹੀਂ ਦਿੰਦੇ ਸੜਕ ਤਾਂ ਨਾ ਦੇਣ, ਸਾਡੇ ਖੇਤਾਂ ਵਿੱਚ ਦੀ ਦਿੱਲੀ ਨੂੰ ਕੂਚ ਕਰੋ। ਥਾਂ ਥਾਂ ਤੇ ਲੰਗਰ, ਥਾਂ ਥਾਂ ਤੇ ਕਾਫਲੇ, ਥਾਂ ਥਾਂ ਤੇ ਝੜਪਾਂ, ਥਾਂ ਥਾਂ ਤੇ ਅਸਮਾਨ ਗਜਾਉਂਦੇ ਨਾਅਰੇ। ਜਾਤਾਂ, ਮਜ਼ਹਬਾਂ ਅਤੇ ਫਿਰਕਿਆਂ ਦੀ ਸਿਆਸਤ ਨੂੰ ਰੱਦ ਕਰਕੇ ਨਿਕਲੇ ਲੋਕਾਂ ਨੇ ਉਹਨਾਂ ਹਾਕਮਾਂ ਨੂੰ ਇਹ ਦੱਸ ਦਿੱਤਾ ਕਿ ਸੰਘਰਸ਼ ਹੁੰਦਾ ਕੀ ਹੈ। ਜਿਹੜੇ ਕਹਿੰਦੇ ਸੀ ਕਿਸਾਨ ਤਾਂ ਮੂਰਖ ਨੇ, ਅਣਜਾਣ ਨੇ, ਇਹਨਾਂ ਨੂੰ ਭੜਕਾਇਆ ਜਾ ਰਿਹਾ ਹੈ। ਇੰਨੀ ਵੱਡੀ ਗਿਣਤੀ ਵਿੱਚ ਲੋਕ ਤੇ ਇੰਨਾ ਸ਼ਾਂਤਮਈ ਸੰਘਰਸ਼, ਇਹ ਅਚੰਭੇ ਵਾਲੀ ਗੱਲ ਹੈ। ਪਿਛਲੇ 5 ਮਹੀਨਿਆਂ ਵਿੱਚ ਕਿਸੇ ਕਾਰ ਜਾਂ ਬੱਸ ਦਾ ਸ਼ੀਸ਼ਾ ਤੱਕ ਨਹੀਂ ਟੁੱਟਿਆ, ਕਿਸੇ ਦੀ ਡਲੀ ਤੱਕ ਨਹੀਂ ਮਾਰੀ, ਕੋਈ ਹੂੜ-ਦੰਗ, ਕੋਈ ਮਾਰ-ਧਾੜ, ਕੋਈ ਲੁੱਟ-ਖਸੁੱਟ, ਕੋਈ ਦੰਗਾ ਫਸਾਦ, ਕਿਸੇ ਚੀਜ਼ ਦਾ ਨਾਂ ਨਿਸ਼ਾਨ ਤੱਕ ਨਹੀਂ। ਇਸ ਕਿਸਾਨ ਸੰਘਰਸ਼ ਨੇ ਦੇਸ਼ ਦੇ ਲੋਕਾਂ ਨੂੰ ਦੱਸਿਆ ਕਿ ਲੋਕਤੰਤਰ ਵਿੱਚ ਸੰਘਰਸ਼ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਇਸ ਲੋਕ ਰੋਹ ਨੂੰ ਦੇਖ ਕੇ ਲੱਗਦਾ ਹੈ ਕਿ ਦੁਸ਼ਯੰਤ ਨੇ ਇਹ ਸ਼ੇਅਰ ਇਹਨਾਂ ਲੋਕਾਂ ਲਈ ਹੀ ਲਿਖਿਆ ਹੋਵੇਗਾ। ਹੋ ਗਈ ਹੈ पीर पर्वत सी पिघलनी चाहिए, इस हिमालय से कोई गंगा निकलनी चाहिए। सिर्फ हंगामा खड़ा करना मेरा मकसद नहीं, मेरी कोशिश है कि ये सूरत बदलनी चाहिए। मेरे सीने में नहीं तो तेरे सीने में सही, हो कहीं भी आग लेकिन आग जलनी चाहिए। दोस्तों, ਤੁਹਾਡੇ ਜਜ਼ਬੇ, ਹੌਸਲੇ, ਸਿਰੜ ਤੇ ਏਕੇ ਨੂੰ ਸਲਾਮ। ਬਸ ਸੁਚੇਤ ਰਹਿਣਾ। ਸੱਤਾ ਬਹੁਤ ਹੱਥਕੰਡੇ ਵਰਤਦੀ ਹੈ, ਕਿਤੇ ਵੀ ਕੁਝ ਵੀ ਕਰਵਾ ਸਕਦੀ ਹੈ। ਭੜਕਾਹਟ ਵਿੱਚ ਨਹੀਂ ਆਉਣਾ ਤੇ ਆਵਾਮ ਦੇ ਏਕੇ ਵਿੱਚ ਯਕੀਨ ਰੱਖਣਾ। ਕੁਝ ਤਾਕਤਾਂ ਇਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਵੀ ਕਰ ਸਕਦੀਆਂ ਹਨ, ਉਹਨਾਂ ਤੋਂ ਵੀ ਸੁਚੇਤ ਰਹਿਣਾ। ਇਹ ਹਿੰਦ ਪੰਜਾਬ ਦਾ ਜੰਗ ਹੈ। ਇਸ ਜੰਗ ਨੇ ਦੁਨੀਆ ਵਿੱਚ ਕਿਤੇ ਵੀ ਆਪਣੇ ਹੱਕਾਂ ਲਈ ਜੂਝ ਰਹੇ ਲੋਕਾਂ ਲਈ ਮਾਡਲ ਬਣਨਾ ਹੈ, ਪ੍ਰੇਰਨਾ ਦੇਣੀ ਹੈ ਅਤੇ ਇੱਕ ਸੁਨਹਿਰਾ ਇਤਿਹਾਸ ਸਿਰਜਣਾ ਹੈ। ਜ਼ਰੂਰੀ ਨਹੀਂ ਕਿ ਹੰਕਾਰੀ ਹੋਈ ਸੱਤਾ ਛੇਤੀ ਢਲੀ ਪੈ ਜਾਏ। ਲੜਾਈ ਬਹੁਤ ਲੰਬੀ ਵੀ ਹੋ ਸਕਦੀ ਹੈ, ਮੁਸ਼ਕਲ ਵੀ ਹੋ ਸਕਦੀ ਹੈ, ਕਿਉਂਕਿ ਸੰਘਰਸ਼ 100 ਮੀਟਰ ਦੀ ਰੇਸ ਵਰਗੇ ਨਹੀਂ ਹੁੰਦੇ ਕਿ ਇੱਕ ਹੰਬਲਾ ਮਾਰਿਆ ਤੇ ਠਾਹ ਕਰਕੇ ਲਾਈਨ ਟੱਚ ਕਰ ਦਿੱਤੀ ਅਤੇ ਜਿੱਤ ਦਾ ਮੈਡਲ ਆਪਣੇ ਗਲ 'ਚ ਪਵਾ ਲਿਆ। ਇਹ ਤਾਂ 10,000 ਮੀਟਰ ਦੀ ਰੇਸ ਵਰਗੇ ਹੁੰਦੇ ਹਨ, ਜਿਸ ਵਿੱਚ ਜੋਸ਼ ਦੇ ਨਾਲ ਨਾਲ ਹੋਸ਼ ਅਤੇ ਸਟੈਮਿਨਾ ਚਾਹੀਦਾ ਹੈ। ਇਸ ਲਈ ਆਪਣੇ ਆਪ ਨੂੰ ਸ਼ਾਂਤਮਈ ਲੰਮੀ ਲੜਾਈ ਲਈ ਤਿਆਰ ਕਰੋ। ਆਵਾਮ ਨੂੰ ਹੋਰ ਵੱਧ ਨਾਲ ਜੋੜੋ। ਕਿਰਤ ਕਰਨ ਵਾਲੇ ਮਜ਼ਦੂਰ ਜੋ ਪਰਛਾਵੇਂ ਵਾਂਗ ਤੁਹਾਡੇ ਨਾਲ ਹਨ, ਉਹਨਾਂ ਨੂੰ ਗਲਵੱਕੜੀਆਂ ਪਾਓ। ਅਧਿਆਪਕ, ਮੁਲਾਜ਼ਮ, ਪ੍ਰੋਫੈਸਰ, ਵਿਦਿਆਰਥੀ ਅਤੇ ਲੇਖਕ, ਬੁੱਧੀਜੀਵੀ ਸਭ ਤੁਹਾਡੇ ਨਾਲ ਹਨ। ਜੋ ਘਰਾਂ ਵਿੱਚ ਬੈਠੇ ਹਨ, ਉਹਨਾਂ ਦੀਆਂ ਦੁਆਵਾਂ ਤੁਹਾਡੇ ਨਾਲ ਹਨ। ਬਸ ਨਿਸ਼ਚੈ ਕਰ ਆਪਣੀ ਜੀਤ ਕਰੋ। ਤੁਹਾਡੇ ਇਸ ਵੱਡੇ ਹੰਭਲੇ ਨੂੰ ਸਲਾਮ ਕਰਦਾ ਹੋਇਆ ਜਗਤਾਰ ਦਾ ਇਹ ਸ਼ੇਅਰ ਤੁਹਾਨੂੰ ਸਮਰਪਿਤ ਕਰ ਰਿਹਾ ਹਾਂ। ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੀਰਾ। ਪੱਥਰ ਤੇ ਨਕਸ਼ ਹਾਂ ਮੈਂ, ਮਿੱਟੀ ਤੇ ਨਹੀਂ ਹਾਂ, ਜਿੰਨਾ ਕਿਸੇ ਮਿਟਾਇਆ ਹੁੰਦਾ ਗਿਆ ਡੂੰਘੇਰਾ।
किन्नी क देर आखिर धरती हनेर जरदी, किन्नी क देर रहिंदा खामोश खून मेरा, पैरां च बेड़ियां ने नचदे ने लोग फिर भी, क्यों वेख वेख उड़दा चेहरे दा रंग तेरा, हर मोड़ ते सलीबां हर पैर ते हनेरा, फिर भी असी रुके ना साडा भी देख जेरा, फिर भी असी रुके ना साडा भी देख जेरा। सलाम है तुहानू दोस्तों, डटे रहो इसे तरह। मीडिया प्रवास के इस प्लेटफार्म तो तुहाडा अपना डॉक्टर कुलदीप सिंह धी।